ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਖਾਲਸਾ ਪੰਥ ਲਈ, ਸਮੁੱਚੇ ਸੰਸਾਰ ਦੇ ਸਿੱਖ ਵਿਦਵਾਨਾਂ ਲਈ, ਬਲਕਿ ਵੱਖ-ਵੱਖ ਧਰਮ ਦੇ ਧਾਰਮਿਕ ਆਗੂਆਂ ਲਈ ਇਹ ਬੜਾ ਅਸਹਿ ਭਾਣਾ, ਦੁਖਦਾਈ ਭਾਣਾ ਵਾਪਰਿਆ ਪਿਛਲੇ ਦਿਨੀ 15 ਮਈ ਨੂੰ 2 ਜੇਠ ਸ਼ਾਮ ਨੂੰ, ਜਦੋਂ ਕੌਮ ਦੀ ਮਹਾਨ ਸ਼ਖਸੀਅਤ, ਸਾਡੇ ਅਤੀ ਸਤਿਕਾਰਯੋਗ ਅਤੇ ਸਿੱਖ ਧਰਮ ਦੇ ਅੰਦਰ ਸਭ ਤੋਂ 2 ਵੱਡੀਆਂ ਪਦਵੀਆਂ ਨੇ ਜਿਹੜੀਆਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਦਰ ਦੇ ਅੰਦਰ ਸੇਵਾਵਾਂ ਨਿਭਾਉਣੀਆਂ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਤੌਰ 'ਤੇ ਸੇਵਾਵਾਂ ਨਿਭਾਉਣੀਆਂ, ਇਹਨਾਂ ਪਦਵੀਆਂ 'ਤੇ ਸੇਵਾਵਾਂ ਨਿਭਾਉਣ ਵਾਲੀ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦੰਤੀ ਸਾਹਿਬ ਮਾਲਕ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਅਕਾਲ ਚਲਾਣਾ ਕਰ ਗਏ ਹਨ। ਵਾਕਿਆ ਹੀ ਕੌਮੀ ਤੌਰ 'ਤੇ ਇਹ ਵੱਡਾ ਕੌਮੀ ਘਾਟਾ ਹੈ। ਉਹ ਇੱਕ ਯੁੱਗ ਸਨ ਔਰ ਸਿੰਘ ਸਾਹਿਬ ਜੀ ਨੇ ਆਪਣੇ ਜੀਵਨ ਦੇ ਦੌਰਾਨ ਇੱਕ ਛੋਟੇ ਜਿਹੇ ਨਗਰ ਦੇ ਵਿੱਚੋਂ ਉੱਠ ਕੇ, ਪਰਿਵਾਰ ਵਿੱਚੋਂ ਉੱਠ ਕੇ ਔਰ ਉਹਨਾਂ ਨੂੰ ਸੰਗਤ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਨਸੀਬ ਹੋਈ। ਉਹਨਾਂ ਦੇ ਜਥੇ ਵਿੱਚ ਰਹਿ ਕੇ ਪਿਆਰ, ਸ਼ਰਧਾ, ਭਾਵਨਾ ਨਾਲ ਗੁਰਬਾਣੀ ਦਾ ਪਠਨ ਪਾਠਨ ਵਿਦਿਆ ਹਾਸਲ ਕੀਤੀ। ਜਿਹੜਾ ਸ਼ਬਦ ਉਹਨਾਂ ਨਾਲ ਵੇਦੰਤੀ ਲੱਗਦਾ, ਇਹਦੇ ਬਾਰੇ ਵੀ ਮੈਂ ਸੰਖੇਪ ਵਿੱਚ ਬੇਨਤੀ ਕਰਾਂ। ਵੇਦੰਤੀ ਦਾ ਅਰਥ ਅਸਲ ਵਿੱਚ ਵੇਦਾਂ ਦਾ ਅੰਤ, ਜਿਹੜਾ ਵੇਦਾਂ ਦਾ ਅੰਤ ਸਾਰ ਕਿਸੇ ਪੰਡਤ ਨੇ ਪੜ੍ਹਿਆ ਹੋਵੇ ਉਸ ਨੂੰ ਵੇਦੰਤੀ ਆਖਿਆ ਜਾਂਦਾ। ਸਿੰਘ ਸਾਹਿਬ ਜੀ ਨੂੰ ਪਿਆਰ ਨਾਲ ਇਹ ਨਾਮ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਬਖਸ਼ਿਆ ਸੀ, ਕਿਉਂਕਿ ਇਹਨਾਂ ਦੀ ਬੁੱਧੀ, ਇਹਨਾਂ ਦੀ ਸਿੱਖਣ ਦੀ ਜਿਹੜੀ ਰੁਚੀ ਸੀ, ਵਾਰ-ਵਾਰ ਉਹਨਾਂ ਨੂੰ ਬੇਨਤੀਆਂ ਕਰਨੀਆਂ, ਕੁਝ ਸਵਾਲ ਪੁੱਛਣੇ ਇਸ ਤਰ੍ਹਾਂ ਦੇ ਗੁਰਬਾਣੀ ਬਾਰੇ ਬੇਨਤੀਆਂ, ਇਤਿਹਾਸ ਬਾਰੇ। ਤਾਂ ਸਿੰਘ ਸਾਹਿਬ ਕਹਿਣ ਲੱਗੇ, ਮਹਾਂਪੁਰਖਾਂ ਨੇ ਬਚਨ ਕਹੇ ਸਾਡਾ ਵੇਦੰਤੀ ਹੈ। ਔਰ ਸਿੰਘ ਸਾਹਿਬ ਜੀ ਦੀ ਸ਼ਖਸੀਅਤ ਬਾਰੇ ਬਹੁਤ ਕੁਝ ਆਪ ਜੀ ਨੇ ਨੇੜਿਓਂ ਉਹਨਾਂ ਨੂੰ ਦੇਸ਼ ਅਤੇ ਵਿਦੇਸ਼ਾਂ ਅੰਦਰ ਰਹਿ ਕੇ ਦੇਖਿਆ, ਤੱਕਿਆ, ਮਾਣਿਆ। ਨਿਮਰਤਾ, ਪਿਆਰ ਅਤੇ ਸਿੰਘ ਸਾਹਿਬ ਜੀ ਦੇ ਅੰਮ੍ਰਿਤ ਬਾਣੀ ਨਾਲ ਸਦਾ ਜੁੜੇ ਰਹਿਣ ਦੀ ਜਿਹੜੀ ਸ਼ਖਸੀਅਤ ਸੀ ਉਹ ਆਪਾਂ ਸਾਰਿਆਂ ਨੇ ਦੇਖੀ ਹੈ। ਸਿੰਘ ਸਾਹਿਬ ਜੀ ਸਰੀਰਕ ਤੌਰ 'ਤੇ ਵਿੱਚ ਸਾਡੇ ਵਿੱਚ ਭਾਵੇਂ ਨਹੀਂ। ਇਸ ਸਮੇਂ ਮੈਂ ਬੇਨਤੀ ਕਰਾਂ, ਕੁਝ ਅਗਲੀ ਵਿਚਾਰ ਕਰਨ ਤੋਂ ਪਹਿਲਾਂ ਸਿੰਘ ਸਾਹਿਬ ਜੀ ਦੇ ਸਰੀਰ ਦਾ ਅੰਤਿਮ ਸੰਸਕਾਰ ਜਿਹੜਾ ਹੈ ਉਹ ਭਾਵੇਂ ਅੱਜ ਦਾ ਦਿਨ ਸੀ 17 ਮਈ ਦਾ, ਪਰ ਸਿੰਘ ਸਾਹਿਬ ਜੀ ਦੀ ਹੋਣਹਾਰ ਬੇਟੀ ਅਮਨਦੀਪ ਕੌਰ ਸਾਡੀ ਭੈਣ, ਉਹ ਡੈਨਮਾਰਕ ਵਿਖੇ ਵਿਆਹੀ ਹੋਈ ਹੈ ਔਰ ਪਰਿਵਾਰਕ ਉੱਥੋਂ ਚੱਲ ਪਏ ਨੇ। ਬੇਟੀ ਔਰ ਸਾਡੇ ਦਮਾਦ ਸਾਹਿਬ ਕੁਝ ਕਾਰਨਾਂ ਕਰਕੇ, ਕਰੋਨੇ ਦੇ ਹਾਲਾਤਾਂ ਕਰਕੇ ਫਲਾਈਟਾਂ ਲੇਟ ਨੇ। ਔਰ ਸੰਗਤ ਜੀ ਬੇਨਤੀ ਹੈ, ਸਿੰਘ ਸਾਹਿਬ ਜੀ ਦਾ ਜਿਹੜਾ ਅੰਤਿਮ ਸੰਸਕਾਰ ਹੈ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਨੇੜੇ ਸ਼ਮਸ਼ਾਨ ਘਾਟ ਅੰਮ੍ਰਿਤਸਰ ਵਿਖੇ, ਉਹ ਕੱਲ੍ਹ 18 ਮਈ ਨੂੰ ਦੁਪਹਿਰ ਸਮੇਂ ਹੋਵੇਗਾ। ਜਿਹੜਾ ਸਮਾਂ ਹੈ ਆਪ ਜੀ ਨੂੰ ਦੱਸ ਦਿੱਤਾ ਜਾਵੇਗਾ, ਕਿਉਂਕਿ ਬੇਟੀ ਨੇ ਅੱਜ ਰਾਤ 17 ਤਰੀਕ ਨੂੰ ਦਿੱਲੀ ਏਅਰਪੋਰਟ 'ਤੇ ਪਹੁੰਚ ਜਾਣਾ। ਜਦੋਂ ਉੱਥੋਂ ਚੱਲ ਪਏਗੀ ਉਸੇ ਹਿਸਾਬ ਨਾਲ ਅਗਲਾ ਪ੍ਰੋਗਰਾਮ ਆਪ ਜੀ ਨੂੰ ਦੇ ਦਿੱਤਾ ਜਾਵੇਗਾ। ਸਿੰਘ ਸਾਹਿਬ ਜੀ ਵੱਲੋਂ ਕੀਤੇ ਹੋਏ ਬਹੁਤ ਵੱਡੇ ਇਤਿਹਾਸਕ ਫੈਸਲੇ। ਸਿੰਘ ਸਾਹਿਬ ਜੀ ਨੇ ਆਪਣੇ ਜੀਵਨ ਦੌਰਾਨ ਗੁਰਬਾਣੀ ਦੀ ਖੋਜ, ਭਾਵੇਂ ਉਹ ਦਰਬਾਰ ਸਾਹਿਬ ਵਿਖੇ ਬਤੌਰ ਅਰਦਾਸੀਏ ਸੇਵਾ ਕਰਦੇ ਰਹੇ, ਉਦੋਂ ਵੀ ਉਹਨਾਂ ਨੂੰ ਚਾਓ। ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ, ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ, ਉਹਨਾਂ ਨਾਲ ਰਹਿ ਕੇ ਪੰਥ ਪ੍ਰਕਾਸ਼ ਦਾ, ਗੁਰਬਾਣੀ ਦੇ ਹੋਰ ਪਠਨ ਪਾਠਨ ਦਾ ਕਾਰਜ ਉਹਨਾਂ ਨੇ ਕੀਤਾ ਅਤੇ ਸਿੱਖਿਆ। ਫਿਰ ਪੰਥ ਦੇ ਵਿਦਵਾਨ ਮਾਨਯੋਗ ਸੱਚਖੰਡ ਵਾਸੀ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਜੀ ਹੋਰਾਂ ਦੇ ਨਾਲ ਵੀ ਸਿੰਘ ਸਾਹਿਬ ਜੀ ਨੇ ਬਹੁਤ ਲੰਮਾ ਸਮਾਂ ਕੰਮ ਕੀਤਾ ਗੁਰਬਾਣੀ ਦੇ ਪਠਨ ਪਾਠਨ ਦਾ। ਹੱਥ ਲਿਖਤ ਪਾਵਨ ਸਰੂਪਾਂ ਬਾਰੇ ਅੱਜ ਦੇ ਇਸ ਲੰਘੇ ਯੁੱਗ ਵਿੱਚ ਜਾਂ ਚੱਲ ਰਹੇ ਯੁੱਗ ਵਿੱਚ ਜੇ ਕਿਸੇ ਦੀ ਕੋਈ ਨਿਗਾਹ ਪੈਂਦੀ ਹੈ ਕਿ ਹੱਥ ਲਿਖਤ ਪਾਵਨ ਬੀੜਾਂ ਦੇ ਦਰਸ਼ਨ ਸਭ ਤੋਂ ਵੱਧ ਅਤੇ ਨੇੜੇ ਰਹਿ ਕੇ ਅਤੇ ਪਾਠਾਂ ਨੂੰ ਦੇਖਿਆ, ਉਹ ਸਿੰਘ ਸਾਹਿਬ ਜੀ ਦੇ ਹੀ ਜੀਵਨ ਅੰਦਰ ਆਇਆ ਹੈ। ਔਰ ਸਿੰਘ ਸਾਹਿਬ ਜੀ ਨੇ ਹੱਥ ਲਿਖਤਾਂ ਬਾਰੇ ਜੋ ਕਾਰਜ ਕੀਤੇ ਨੇ, ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਝ ਸਾਡੇ ਸਤਿਕਾਰਤ ਪ੍ਰੋਫੈਸਰ ਸਾਹਿਬਾਨ ਨੇ ਉਹਨਾਂ ਨੂੰ ਨੇੜੇ ਰਹਿ ਕੇ ਦੇਖਿਆ ਔਰ
ਇਕੱਠਾ ਕੀਤਾ, ਆਉਣ ਵਾਲੇ ਸਮੇਂ ਵਿੱਚ ਉਹ ਵੀ ਸੰਗਤਾਂ ਦੇ ਦਰਮਿਆਨ ਅਸੀਂ ਲਿਆਉਣ ਦਾ ਯਤਨ ਕਰਾਂਗੇ। ਸਿੰਘ ਸਾਹਿਬ ਜੀ ਦੇ ਇਤਿਹਾਸਕ ਫੈਸਲਿਆਂ ਵਿੱਚੋਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਸੇਵਾਵਾਂ ਪ੍ਰਾਪਤ ਹੋਈਆਂ ਸੰਗਤ ਜੀ, ਤਾਂ ਸਭ ਤੋਂ ਵੱਡਾ ਫੈਸਲਾ ਸੀ ਸਾਡਾ ਕੌਮੀ ਫੈਸਲਾ, ਮਰਦੇ ਮੁਜਾਹਦ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਦਾ ਰੁਤਬਾ ਦੇਣਾ। ਕਿਉਂਕਿ ਉਹਨਾਂ ਦੀ ਵੱਡੀ ਸ਼ਹਾਦਤ ਸੀ, ਕੌਮੀ ਸ਼ਹਾਦਤ ਸੀ, ਪਰ ਕੁਝ ਇਸ ਤਰ੍ਹਾਂ ਦੇ ਕਾਰਨ ਬਣ ਗਏ, ਕਾਰਨਾਂ ਕਰਕੇ ਉਹਨਾਂ ਨੂੰ ਸ਼ਹੀਦ ਦਾ ਰੁਤਬਾ ਜਿਹੜਾ ਕੌਮੀ ਤੌਰ 'ਤੇ ਦੇਣ ਤੋਂ ਅਜੇ ਕੌਮ ਜਿਹੜੀ ਸੀ ਇਕੱਠੀ ਨਹੀਂ ਹੋ ਰਹੀ ਸੀ। ਸਿੰਘ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਤੋਂ ਬੜੇ ਹੀ ਪਿਆਰ ਨਾਲ ਮਹਾਂਪੁਰਖਾਂ ਦੇ ਪਰਿਵਾਰ ਨੂੰ ਵੀ ਭਰੋਸੇ ਵਿੱਚ ਲਿਆ, ਕੌਮ ਨੂੰ ਭਰੋਸੇ ਵਿੱਚ ਲੈ ਕੇ ਤੱਥਾਂ ਦੇ ਆਧਾਰ 'ਤੇ ਸਿੰਘ ਸਾਹਿਬ ਜੀ ਹੋਰਾਂ ਨੇ ਸੰਤਾਂ ਨੂੰ ਸ਼ਹੀਦ ਦਾ ਜਿਹੜਾ ਰੁਤਬਾ ਸੀ ਉਹ ਦਿੱਤਾ, ਕੌਮ ਨੇ ਮੰਨਿਆ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਦੀ ਗੱਲ ਆਈ ਅਜਾਇਬ ਘਰ ਵਿੱਚ ਲਾਉਣ ਦੀ, ਤਾਂ ਮੈਨੂੰ ਯਾਦ ਹੈ ਕਿ ਉਸ ਸਮੇਂ ਕੁਝ ਸਾਡੇ ਜਿਹੜੇ ਅਖੌਤੀ ਲੋਕ ਨੇ, ਜਿਹੜੇ ਧਰਮਾਂ ਤੋਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੇ ਵਿਰੋਧ ਵੀ ਕੀਤਾ ਮਹਾਂਪੁਰਖਾਂ ਦੀ ਤਸਵੀਰ ਲਾਉਣ ਦਾ। ਔਰ ਸਿੰਘ ਸਾਹਿਬ ਕਹਿਣ ਲੱਗੇ ਨਹੀਂ, ਤਸਵੀਰ ਅਜਾਇਬ ਘਰ ਵਿੱਚ ਲੱਗੇਗੀ, ਮਰਜ਼ਾਦਾ ਅਨੁਸਾਰ ਲੱਗੇਗੀ, ਕੋਈ ਹਨੇਰੇ ਸਵੇਰੇ ਨਹੀਂ ਲੱਗੇਗੀ। ਜੇ ਕੋਈ ਰੋਕਣ ਦੀ ਜ਼ਰੂਰਤ ਰੱਖਦਾ ਤੇ ਆਣ ਕੇ ਰੋਕ ਕੇ ਦੇਖ ਲਵੇ। ਇਹ ਸਿੰਘ ਸਾਹਿਬ ਜੀ ਵੱਲੋਂ ਖੁੱਲ੍ਹਾ ਚੈਲੰਜ ਸੀ ਉਹਨਾਂ ਵਿਰੋਧੀਆਂ ਨੂੰ, ਜਿਹੜੇ ਹਮੇਸ਼ਾ ਵਿਰੋਧ ਕਰਦੇ ਰਹਿੰਦੇ, ਜਿਨ੍ਹਾਂ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ। ਸਿੰਘ ਸਾਹਿਬ ਜੀ ਨੇ ਇਸ ਤਰ੍ਹਾਂ ਦੇ ਇਤਿਹਾਸਕ ਫੈਸਲੇ ਕੀਤੇ ਨੇ, ਔਰ ਹੋਰ ਇਤਿਹਾਸਕ ਕੌਮੀ ਫੈਸਲੇ ਜਿਹੜੇ ਨੇ ਉਹ ਕੀਤੇ ਨੇ। ਸਿੰਘ ਸਾਹਿਬ ਜੀ ਨੇ ਇੱਕ ਇੱਕ ਫੈਸਲੇ ਬਾਰੇ, ਇੱਕ ਇੱਕ ਉਹਨਾਂ ਦੇ ਕੀਤੀਆਂ ਹੋਈਆਂ ਸੇਵਾਵਾਂ ਬਾਰੇ ਬਹੁਤ ਕੁਝ ਅਜੇ ਜਿਹੜਾ ਆਖਿਆ ਜਾ ਸਕਦਾ। ਮੈਂ ਸਮਝਦਾ ਹਾਂ ਸਿੰਘ ਸਾਹਿਬ ਜੀ ਦਾ ਇਸ ਸਮੇਂ ਅਚਾਨਕ ਚਲੇ ਜਾਣਾ, ਭਾਵੇਂ ਕਿ ਮਾਲਕ ਦਾ ਹੁਕਮ ਹੈ, ਜਿਵੇਂ ਜਿਵੇਂ ਸੰਸਾਰ ਦੀ ਇਹ ਰਚਨਾ ਸਰੀਰ ਕਰਕੇ ਕੋਈ ਨਹੀਂ ਰਿਹਾ, ਪਰ ਸਿੰਘ ਸਾਹਿਬ ਗੁਣਾ ਕਰਕੇ ਔਰ ਆਪਣੀ ਉਸ ਵਿਦਵਤਾ ਕਰਕੇ ਸਦਾ ਸਾਡੇ ਵਿੱਚ ਨੇ। ਸਾਨੂੰ ਪਰਿਵਾਰਕ ਤੌਰ 'ਤੇ ਤਾਂ ਵੱਡੀ ਘਾਟ ਸਦਾ ਮਹਿਸੂਸ ਹੁੰਦੀ ਰਹੇਗੀ, ਪਰ ਕੌਮੀ ਤੌਰ 'ਤੇ ਵੱਡੀ ਘਾਟ ਉਹ ਜਿਹੜੀ ਹੈ ਉਹ ਅਸੀਂ ਸਦਾ ਉਸ ਨੂੰ ਪੂਰਿਆ ਨਹੀਂ ਕਰ ਸਕਦੇ। ਪਰ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਸਾਡੀ ਕੌਮ ਦੀ ਉਹ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਦਾ ਸਿੰਘ ਸਾਹਿਬ ਜੀ ਨੂੰ ਪਿਆਰ ਸਨਮਾਨ ਦਿੰਦੀ ਰਹੀ ਹੈ, ਭਾਵੇਂ ਉਹ ਜਥੇਦਾਰ ਦੀ ਪਦਵੀ 'ਤੇ ਰਹੇ ਨੇ, ਭਾਵੇਂ ਅੱਜ ਦੇ ਸਮੇਂ ਵਿੱਚ ਸਨ। ਕੱਲ੍ਹ ਮਾਨਯੋਗ ਬੀਬੀ ਜਗੀਰ ਕੌਰ ਜੀ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ 'ਤੇ ਆਏ ਨੇ, ਕੱਲ੍ਹ ਨੂੰ ਵੀ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣਗੇ। ਔਰ ਉਹਨਾਂ ਨੇ ਵੀ ਬਹੁਤ ਕੁਝ ਉਹਨਾਂ ਦੇ ਅੰਦਰ ਚਾਅ ਹੈ ਸਿੰਘ ਸਾਹਿਬ ਜੀ ਦੀ ਯਾਦ ਵਿੱਚ ਕਰਨ ਦਾ। ਉਮੀਦ ਹੈ ਕਿ ਉਹ ਜੋ ਕਰਨਗੇ ਕੌਮੀ ਤੌਰ 'ਤੇ ਕੌਮੀ ਸੋਚ ਨੂੰ ਲੈ ਕੇ ਸਿੰਘ ਸਾਹਿਬ ਜੀ ਦੀ ਯਾਦ ਵਿੱਚ ਕਰਨ ਦਾ ਯਤਨ ਕਰਨਗੇ। ਸੰਗਤ ਜੀ, ਬੜੇ ਫੈਸਲੇ ਨੇ, ਕਿਵੇਂ ਸਿੰਘ ਸਾਹਿਬ ਜੀ ਨੇ ਬੱਚੀਆਂ ਦੀ ਭਰੂਣ ਹੱਤਿਆ ਨੂੰ ਰੋਕਿਆ, ਕਿਵੇਂ ਸਰਕਾਰਾਂ ਨੇ ਮਾਨਤਾ ਦਿੱਤੀ, ਔਰ RSS ਬਾਰੇ ਹੋਰ ਫੈਸਲੇ। ਮੇਰੇ ਸਤਿਕਾਰਯੋਗ ਵੱਡੇ ਵੀਰ ਜੀ ਇਹ ਸਾਡੇ ਪਰਿਵਾਰ ਦੇ ਮੈਂਬਰ ਨੇ, ਔਰ ਸਿੰਘ ਸਾਹਿਬ ਜੀ ਦੇ ਨਾਲ ਬਤੌਰ PA ਇਹਨਾਂ ਵੱਡੀਆਂ ਸੇਵਾਵਾਂ ਨਿਭਾਈਆਂ ਨੇ ਸਰਦਾਰ ਪ੍ਰਿਥੀਪਾਲ ਸਿੰਘ ਜੀ, ਉਹ ਵੀ ਦੱਸਣਗੇ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਗੁਰੂ ਕੇ ਹਜ਼ੂਰੀ ਰਾਗੀ, ਕਿਉਂਕਿ ਸਿੰਘ ਸਾਹਿਬ ਜੀ ਦੇ ਗ੍ਰਹਿ ਕੱਲ੍ਹ ਵੀ ਸਾਰਾ ਦਿਨ, ਅੱਜ ਵੀ ਸਾਰਾ ਦਿਨ ਗੁਰਬਾਣੀ ਦਾ ਨਿਰੰਤਰ ਕੀਰਤਨ ਚੱਲ ਰਿਹਾ ਹੈ। ਚੈਨਲ ਵਾਲੇ ਵੀਰ ਆਪ ਸੰਗਤਾਂ ਤੱਕ ਇਹ ਸਾਰਾ ਜਿਹੜਾ ਪ੍ਰੋਗਰਾਮ ਵੈਰਾਗਮਈ ਕੀਰਤਨ ਦਾ ਪਹੁੰਚਾ ਰਹੇ ਨੇ। ਭਾਈ ਕਾਰ ਸਿੰਘ ਜੀ ਅਤੇ ਗੁਰੂ ਕੇ ਮਹਾਨ ਕੀਰਤਨੀਏ ਆਏ ਨੇ, ਉਹ ਵੀ 2-2 ਮਿੰਟ ਸਿੰਘ ਸਾਹਿਬ ਜੀ ਬਾਰੇ ਪਹਿਲਾਂ ਵਿਚਾਰ ਆਪ ਜੀ ਦੇ ਸਨਮੁਖ ਰੱਖਣਗੇ। ਫਿਰ ਮੈਂ ਬੇਨਤੀ ਕਰਾਂਗਾ ਸਰਦਾਰ ਪ੍ਰਿਥੀਪਾਲ ਸਿੰਘ ਹੋਰਾਂ ਨੂੰ, ਉਹਨਾਂ ਕੋਲ ਬਹੁਤ ਕੁਝ ਹੈ ਜਿਹੜਾ ਸਿੰਘ ਸਾਹਿਬ ਜੀ ਦੇ ਨੇੜਿਓਂ ਉਹਨਾਂ ਦੇਖਿਆ, ਉਹ ਵੀ ਸਾਂਝ ਪਾਉਣਗੇ। ਦੇਸ਼ ਅਤੇ ਵਿਦੇਸ਼ ਅੰਦਰ ਜਿੱਥੇ ਜਿੱਥੇ ਵੀ ਸੰਗਤਾਂ ਬੈਠੀਆਂ ਨੇ, ਪਿਆਰ ਭਰੇ ਸੁਨੇਹੇ ਸਾਰਿਆਂ ਨੇ ਭੇਜੇ ਨੇ, ਵੈਰਾਗਮਈ ਸੁਨੇਹੇ ਆ ਰਹੇ ਨੇ। ਕੁਝ ਫੋਨ ਅਸੀਂ ਸੁਣ ਵੀ ਨਹੀਂ ਸਕਦੇ ਇਸ ਸਮੇਂ। ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਈਮੇਲ ਰਾਹੀਂ ਪਰਿਵਾਰ ਦੇ ਨਾਲ ਦੁੱਖ ਵਿੱਚ ਸ਼ਾਮਲ ਹੋ ਕੇ ਸ਼ਮੂਲੀਅਤ ਕੀਤੀ ਹੈ। ਡਾਕਟਰ ਸਾਹਿਬ ਦਾ ਅਤੇ ਸਮੁੱਚੇ ਹੀ ਮਹਾਂਪੁਰਖਾਂ ਦਾ, ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ, ਔਰ ਜਿੰਨੇ ਵੀ ਮਹਾਂਪੁਰਖ ਕੱਲ੍ਹ ਦੇ ਆ ਰਹੇ ਨੇ, ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਆਓ ਭਾਈ ਕਾਰ ਸਿੰਘ ਹੋਰੀ ਸਿੰਘ ਸਾਹਿਬ ਜੀ ਬਾਰੇ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਕੁਝ ਕਹਿਣਾ ਚਾਹੁੰਦੇ ਨੇ। ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਦੁਖਦਾਈ ਘਟਨਾ ਹੈ। ਬੜੇ ਹੀ ਸਾਡੇ ਸਤਿਕਾਰਯੋਗ ਸਿੰਘ ਸਾਹਿਬ
ਗਿਆਨੀ ਜੋਗਿੰਦਰ ਸਿੰਘ ਜੀ ਵਿਦੰਤੀ ਸਾਹਿਬ ਜੀ, ਜੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਉਹਨਾਂ ਨੇ ਸੇਵਾਵਾਂ ਨਿਭਾਈਆਂ ਹਨ। ਬਹੁਤ ਮਹਾਨ ਸ਼ਖਸੀਅਤ, ਨਾ ਘਾਟਾ ਜਿਹੜਾ ਪੂਰਾ ਨਹੀਂ ਹੋ ਸਕਦਾ ਉਹਨਾਂ ਦੇ ਜਾਣ ਦੇ ਨਾਲ, ਕਿ ਉਹ ਸਿੱਖ ਪੰਥ ਦੇ ਮਹਾਨ ਵਿਦਵਾਨ ਸਨ। ਦਮਦਮੀ ਟਕਸਾਲ ਦੇ ਵਿਦਿਆਰਥੀ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਤੋਂ ਇਹਨਾਂ ਨੇ ਵਿੱਦਿਆ ਤੇ ਵਿਦੰਤੀ ਦਾ ਖਿਤਾਬ ਹਾਸਲ ਕੀਤਾ ਸੀ, ਜਿਹੜੇ ਵੇਦਾਂ ਦੇ ਉਹ ਗਿਆਤਾ ਸੀ। ਇਹ ਕਦੀ ਵੀ ਘਾਟਾ ਨਹੀਂ ਪੂਰਾ ਹੋ ਸਕਦਾ ਕਿ ਉਹ ਏਡੇ ਮਿੱਠ ਬੋਲੜੇ, ਬੜੇ ਹੀ ਸ਼ਾਂਤ ਸੁਭਾਅ ਵਾਲੇ, ਕਿਸੇ ਸਿੱਖ ਨੂੰ ਉਹਨਾਂ ਨੇ ਕਦੀ ਫਿੱਕਾ ਬਚਨ ਨਹੀਂ ਬੋਲਿਆ। ਭਾਵੇਂ ਉਹਨਾਂ ਨੂੰ ਕਈਆਂ ਨੇ ਕੁਛ ਕਿਹਾ ਵੀ ਆ, ਪਰ ਉਹਨਾਂ ਨੇ ਨਿਮਰਤਾ ਦੇ ਨਾਲ ਹੀ ਉਹਨਾਂ ਨੂੰ ਫਤਿਹ ਬੁਲਾਈ ਆ। ਉਹਨਾਂ ਦੇ ਚਰਨ ਛੂਹਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਨਹੀਂ, ਇਹ ਗੁਰੂ ਦੇ ਸਿੱਖ ਆਏ ਹਨ, ਇਹ ਗੁਰੂ ਦੇ ਪਿਆਰ ਵਾਲੇ ਹਨ। ਉਹਨਾਂ ਨੇ ਨਿਮਰਤਾ ਦਿਖਾਈ, ਉਹਨਾਂ ਵਿੱਚ ਨਿਮਰਤਾ ਸੀ। ਕਿਉਂ? ਦਮਦਮੀ ਟਕਸਾਲ ਦੇ ਵਿੱਚੋਂ ਜੋ ਉਹਨਾਂ ਸਿੱਖਿਆ ਸੀ, ਅੱਜ ਉਹਨਾਂ ਦੇ ਉਹ ਬਹੁਤ ਘਾਟਾ ਪੂਰਾ ਨਹੀਂ ਹੋ ਸਕਦਾ ਸਿੱਖ ਪੰਥ ਨੂੰ, ਜਿੱਡੇ ਉਹ ਵੱਡੇ ਵਿਦਵਾਨ ਸਨ। ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਸੀ ਕਿ ਉਹ ਆਪਣਾ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਬਰਾਜੇ ਹਨ। ਜੋ ਉਹਨਾਂ ਦਾ ਅੰਤਮ ਸੰਸਕਾਰ ਜੋ ਕੱਲ੍ਹ ਦੁਪਹਿਰ ਹੋਏਗਾ 18 ਤਰੀਕ ਨੂੰ, ਸੰਗਤ ਨੂੰ ਬੇਨਤੀ ਹੈ ਕਿ ਕਾਰਨਾਂ ਕਰਕੇ ਬੇਟੀ ਬਾਹਰੋਂ ਨਹੀਂ ਅਜੇ ਆਈ, ਇਸ ਕਰਕੇ ਉਹਨਾਂ ਦਾ ਜੇ ਅੱਗੇ ਇੱਕ ਦਿਨ ਪਾ ਦਿੱਤਾ ਗਿਆ। ਇਸ ਕਰਕੇ ਸੰਗਤ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਦੁਪਹਿਰ ਤੋਂ ਬਾਅਦ ਸਾਨੂੰ ਜੋ ਸ਼ਹੀਦਾਂ ਸਾਹਿਬ ਦੇ ਲਾਗੇ ਸ਼ਮਸ਼ਾਨ ਘਾਟ ਹੈ, ਉੱਥੇ ਸਾਰਿਆਂ ਨੇ ਪਹੁੰਚਣਾ ਹੈ। ਸਾਰੇ ਆ ਕੇ ਕੀਰਤਨ ਵਿੱਚ ਹਾਜ਼ਰੀ ਭਰੋ। ਉਹਨਾਂ ਦੇ ਕੱਲ੍ਹ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਦਰਸ਼ਨ ਕਰੋ, ਕਿ ਇਹ ਉਹਨਾਂ ਦੇ ਅੰਤਮ ਦਰਸ਼ਨ ਹਨ ਅਤੇ ਸਾਡੇ ਹਿਰਦੇ ਵਿੱਚ ਉਹਨਾਂ ਦੀ ਸਦਾ ਹੀ ਯਾਦ ਬਣੀ ਰਹੇਗੀ। ਇਹ ਸਾਰੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਜੀ, ਜਿੱਥੇ ਪਰਿਵਾਰ ਨੂੰ ਉਹਨਾਂ ਦੇ ਜਾਣ ਦਾ ਘਾਟਾ ਹੈ, ਅਕਾਲ ਚਲਾਣੇ ਦਾ, ਸਿੱਖ ਪੰਥ ਨੂੰ ਵੀ ਬਹੁਤ ਵੱਡਾ ਘਾਟਾ ਹੈ। ਗੁਰੂ ਪਿਆਰਿਓ, ਵੱਧ ਤੋਂ ਵੱਧ ਆ ਕਰਕੇ ਹਾਜ਼ਰੀਆਂ ਭਰੋ, ਕਿਉਂਕਿ ਹਜ਼ੂਰੀ ਕੀਰਤਨੀ ਆ ਕਰਕੇ ਕੀਰਤਨ ਕਰ ਰਹੇ ਹਨ ਗ੍ਰਹਿ ਵਿਖੇ। ਕੱਲ੍ਹ ਨੂੰ ਉਹਨਾਂ ਦੇ ਅੰਤਮ ਸੰਸਕਾਰ ਹੋਣਗੇ। ਸੰਗਤ ਨੂੰ ਬੇਨਤੀ ਹੈ ਜੋ ਘਰਾਂ ਵਿੱਚ ਬੈਠੇ ਹਨ, ਕਿਉਂਕਿ ਲਾਕਡਾਊਨ ਚੱਲ ਰਹੇ ਹਨ, ਸਿੰਘ ਸਾਹਿਬ ਜੀ ਦੇ ਪ੍ਰਥਾਏ ਵੱਧ ਤੋਂ ਵੱਧ ਸੁਖਮਨੀ ਸਾਹਿਬ ਜੀ ਦੇ ਪਾਠ, ਜਪਜੀ ਸਾਹਿਬ ਜੀ ਦੇ ਪਾਠ ਕਰੋ। ਇਹ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ, ਜੋ ਕਿ ਆਪ ਜੀ ਫੇਸਬੁੱਕ 'ਤੇ ਵੀ ਦੇਖਦੇ ਹੋ। ਵੱਧ ਤੋਂ ਵੱਧ ਮੇਰੀ ਬੇਨਤੀ ਹੈ ਕਿ ਉਹਨਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਵਾਹਿਗੁਰੂ ਲਿਖ ਕਰਕੇ ਜਾਂ ਵਾਹਿਗੁਰੂ ਬੋਲ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ, ਕਿਉਂਕਿ ਬਹੁਤ ਵੱਡੀ ਸ਼ਖਸੀਅਤ ਸੀ। ਕਿਉਂਕਿ ਇੰਨਾ ਪਿਆਰ ਜੇ ਕੋਈ ਰਾਗੀ ਸਿੰਘ ਜਾਂ ਕਥਾਵਾਚਕ ਕੋਈ ਅਜਿਹਾ ਸ਼ਬਦ ਬੋਲ ਜਾਂਦਾ ਤਾਂ ਬੜੇ ਪਿਆਰ ਨਾਲ ਉਹਨਾਂ ਨੂੰ, ਉਹਨਾਂ ਦੇ ਅਰਥ, ਉਹਨਾਂ ਦਾ ਸ਼ਬਦ ਉਹਨਾਂ ਨੂੰ ਬੜੇ ਪਿਆਰ ਨਾਲ ਦੱਸਦੇ ਸਨ। ਬਹੁਤ ਹੀ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ ਸਿੰਘ ਸਾਹਿਬ ਜੀ। ਸੋ ਬੇਨਤੀ ਹੈ ਸਿੰਘ ਸਾਹਿਬ ਜੀ ਦੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੀ ਹੋਵੇਗੀ। ਸੰਗਤ ਨੂੰ ਵੱਧ ਤੋਂ ਵੱਧ ਸੁਖਮਨੀ ਸਾਹਿਬ ਜੀ ਦੇ, ਜਪਜੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਦਾ ਸਿਮਰਨ ਵੱਧ ਤੋਂ ਵੱਧ ਕੀਤਾ ਜਾਵੇ। ਸੋ ਗੁਰੂ ਪਿਆਰਿਓ, ਇਹੀ ਬੇਨਤੀ ਹੈ ਦਾਸ ਵੱਲੋਂ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੌਮ ਦੀ ਮਾਇਆ ਨਾਜ਼ ਹਸਤੀ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਦਾ ਪ੍ਰਭੂ ਚਰਨਾਂ ਵਿੱਚ ਇਹਨਾਂ ਹਾਲਾਤਾਂ ਵਿੱਚ, ਜਦੋਂ ਕਿ ਅੱਜ ਦੇ ਉਹਨਾਂ ਦੀ ਬਹੁਤ ਲੋੜ ਸੀਗੀ, ਜਿਸ ਤਰ੍ਹਾਂ ਦੀਆਂ ਕੌਮ ਵਿੱਚ ਵੰਡੀਆਂ ਪਈਆਂ, ਜਿਸ ਤਰ੍ਹਾਂ ਦੇ ਦੇਸ਼ ਦੇ ਹਾਲਾਤ ਨੇ, ਪਰ ਅਕਾਲ ਪੁਰਖ ਦਾ ਹੁਕਮ ਸੀਗਾ। ਮੈਂ ਸਿੰਘ ਸਾਹਿਬ ਦੇ ਸਮੇਂ ਦੌਰਾਨ ਕੁਝ ਇਤਿਹਾਸਕ ਫੈਸਲੇ ਜਿਹੜੇ ਹੈ ਉਹਨਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਹਿ ਦੂੰਗਾ। ਮੈਂ ਸਿੱਖ ਚੈਨਲ 'ਚ ਇੰਗਲੈਂਡ 'ਚ ਵੀ ਜਦੋਂ ਮੈਂ ਤੇ ਸਿੰਘ ਸਾਹਿਬ ਗਏ ਸੀ ਤਾਂ ਗੱਲ ਹੋਈ ਸੀ ਕਿ ਮੈਨੂੰ ਕਹਿਣ ਲੱਗੇ ਵੀ 2-4 ਸ਼ਬਦਾਂ 'ਚ ਦੱਸੋ। ਮੈਂ ਕਿਹਾ ਵੀ ਉਹਨਾਂ ਦੀ ਇੱਕੋ ਹੀ ਗੱਲ ਹੈ ਕਿ ਜੈਸੀ ਆਗਿਆ ਕੀਨੀ ਠਾਕਰ ਤਿਸ ਤੇ ਮੁਖ ਨਹੀਂ ਮੋੜਿਓ। ਗੁਰਬਾਣੀ ਪੜ੍ਹ ਲੈਣੀ, ਸਿਮਰਨ ਕਰ ਲੈਣਾ, ਇਹ ਆਪਣੇ ਥਾਂ ਹੈ, ਪਰ ਅਮਲੀ ਜੀਵਨ ਜਿਹੜਾ ਹੈ ਗੁਰਬਾਣੀ ਅਨੁਸਾਰ ਜੀਣਾ, ਇਹ ਜੇ ਇਸ ਵੇਲੇ ਮੈਂ ਜਦੋਂ ਨਿਗਾਹ ਮਾਰਦਾ, ਹੋਰ ਵੀ ਹੋਣਗੇ ਮਹਾਂਪੁਰਸ਼, ਪਰ ਵੇਦਾਂਤੀ ਜੀ ਇੱਕ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਨਹੀਂ, ਗੁਰਬਾਣੀ ਨੂੰ ਜੀਵਿਆ। ਜੋ ਗੁਰਬਾਣੀ ਨੇ ਹੁਕਮ ਕੀਤਾ ਹੈ ਉਹਦੇ ਅਨੁਸਾਰ ਉਹਨਾਂ ਆਪਣਾ ਜੀਵਨ ਢਾਲਿਆ।
ਇਹ ਸਾਰੀਆਂ ਗੱਲਾਂ ਜਿਹੜੀਆਂ ਉਹਦੇ 'ਚ ਸਤਿਗੁਰੂ ਨੇ ਉਹਨਾਂ ਨੇ ਪਾਈਆਂ। ਹੁਣ ਆਪਾਂ ਆ ਜਾਂਦੇ ਹਾਂ ਕਿ ਜਦੋਂ ਤੋਂ ਉਹਨਾਂ ਨੂੰ ਸੇਵਾਵਾਂ ਬਖਸ਼ੀਆਂ ਗਈਆਂ ਅਕਾਲ ਤਖਤ ਸਾਹਿਬ ਦੀਆਂ, ਪਹਿਲਾ ਹੀ ਜਿਹੜਾ ਇਤਿਹਾਸਕ ਫੈਸਲਾ ਉਹ ਕੀਤਾ, ਕਿਉਂਕਿ ਆਮ ਤੌਰ 'ਤੇ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਇਹ ਗੱਲ ਆਮ ਹੀ ਚੱਲਦੀ ਹੈ ਕਿ ਜਦੋਂ ਜਥੇਦਾਰ ਆਇਆ ਲਾਤਾ, ਜਦੋਂ ਜੀ ਕੀਤਾ ਕੰਨੋਂ ਫੜ ਕੇ ਕੱਢ ਦਿੱਤਾ। ਉਹਨਾਂ ਨੇ ਆਉਂਦਿਆਂ ਹੀ ਪਹਿਲਾਂ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਸੱਦੀ। ਮੀਟਿੰਗ ਵਿੱਚ ਪਹਿਲਾ ਇਤਿਹਾਸਕ ਫੈਸਲਾ ਇਹ ਕੀਤਾ, ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਕਿ ਸਿੰਘ ਸਾਹਿਬਾਨ, ਜਥੇਦਾਰ ਸਾਹਿਬਾਨ, ਇਹਨਾਂ ਦੀ ਨਿਯੁਕਤੀ, ਇਹਨਾਂ ਦੀ ਯੋਗਤਾ ਅਤੇ ਇਹਨਾਂ ਦੀ ਸੇਵਾ ਮੁਕਤੀ ਦੇ ਜਿਹੜੇ ਆ ਨੇਮਸ ਰੈਗੂਲੇਸ਼ਨਸ ਜਿਹੜੇ ਆ ਉਹ ਬਣਾਏ ਜਾਣ। ਇਸ ਬਾਰੇ ਕਈ ਵਾਰੀ ਸ਼੍ਰੋਮਣੀ ਕਮੇਟੀ ਨੂੰ ਰਿਮਾਈਂਡਰ ਦਿੱਤੇ ਗਏ, ਪਰ ਉਹ ਅਜੇ ਤੱਕ ਗੱਲ ਵੀ ਅਧੂਰੀ ਹੈ। ਅਜੇ ਤੱਕ ਵੀ ਉਹ ਅਮਲ 'ਚ ਨਹੀਂ ਲਿਆਂਦੀ ਗਈ ਕਿ ਜਥੇਦਾਰ ਅਤੇ ਸਿੰਘ ਸਾਹਿਬਾਨ ਜਿਹੜੇ ਨੇ ਉਹਨਾਂ ਦੇ ਲਈ ਕੋਈ ਨੇਮ ਉਪਨੇਮ ਜਿਹੜੇ ਹੈ ਉਹ ਤਿਆਰ ਕੀਤੇ ਜਾਣ। ਇਸ ਤੋਂ ਇਲਾਵਾ ਦੂਜਾ ਜਿਹੜਾ ਇਤਿਹਾਸਕ ਫੈਸਲਾ ਜਥੇਦਾਰ ਸਾਹਿਬ ਜੀ ਨੇ ਆਪਣੀ ਟੈਨਿਓਰ 'ਚ ਕੀਤਾ, ਉਹ ਇਹ ਸੀ ਕਿ ਚੂੰਕਿ ਸਿੱਖ ਇਤਿਹਾਸ ਵਿੱਚ ਬੜੀ ਕਿਸਮ ਦੇ ਭਰਮ ਭੁਲੇਖੇ ਪਾਏ ਜਾਂਦੇ ਹੈ, ਕਿਉਂਕਿ ਸਿੱਖ ਇਤਿਹਾਸ ਜਿਹੜਾ ਹੈ ਇਹਨੂੰ ਲਿਖਣ ਵਾਲੇ ਉਸ ਵੇਲੇ ਦੇ ਜਿਹੜੇ ਬੰਦੇ ਸੀ, ਉਸ ਵੇਲੇ ਦੇ ਇਤਿਹਾਸਕਾਰ, ਉਹਨਾਂ ਦੇ ਅੰਦਰ ਕੁਝ ਹੋਰ ਭਾਵਨਾਵਾਂ ਸੀ। ਇਸ ਕਰਕੇ ਕਈ ਕਿਸਮ ਦੇ ਅਜਿਹੇ ਚੈਪਟਰ ਨੇ ਜਿਹੜੇ ਕਿ ਸਿੱਖਾਂ ਦੇ ਲਈ ਬਦਨਾਮੀ ਦਾ ਬਾਇਸ ਬਣਦੇ ਨੇ। ਸਿੰਘ ਸਾਹਿਬ ਨੇ ਬਾਰ-ਬਾਰ ਆਦੇਸ਼ ਦਿੱਤਾ ਕਿ ਇੱਕ ਅਜਿਹੀ ਕਮੇਟੀ ਬਣਾਈ ਜਾਵੇ ਜਿਹੜੀ ਸੋਧ ਕੇ ਸਿੱਖ ਇਤਿਹਾਸ ਜਿਹੜਾ ਹੈ ਉਹਨੂੰ ਲਿਖੇ, ਜਿਹੜਾ ਅਜੇ ਤੱਕ ਮੁਕੰਮਲ ਨਹੀਂ ਗੱਲ ਹੋਈ। ਇਹਦੀ ਵੀ ਬੜੀ ਵੱਡੀ ਲੋੜ ਆ। ਅਤੇ ਸਿੰਘ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਹੈ ਸ਼੍ਰੋਮਣੀ ਕਮੇਟੀ ਦੀ, ਪੰਥਕ ਹਲਕਿਆਂ ਦੀ, ਪੰਥਕ ਜਥੇਬੰਦੀਆਂ ਦੀ, ਕਿ ਉਹ ਸਾਰੇ ਸਿਰ ਜੋੜ ਕੇ ਬੈਠਣ ਅਤੇ ਸਿੱਖ ਇਤਿਹਾਸ ਵਿੱਚ ਜਿਹੜੀਆਂ ਗੱਲਾਂ ਗਲਤ ਜਿਹੜੀਆਂ ਹੈ ਉਹ ਪਾਈਆਂ ਗਈਆਂ ਹੈ ਲਿਖਾਰੀਆਂ ਵੱਲੋਂ, ਉਹਨਾਂ ਦੀ ਸੁਧਾਈ ਕਰਕੇ ਇੱਕ ਸੋਧਿਆ ਜਿਹੜਾ ਹੈ ਉਹ ਸਿੱਖ ਇਤਿਹਾਸ ਦਿੱਤਾ ਜਾਵੇ। ਉਸ ਤੋਂ ਬਾਅਦ ਆਮ ਤੌਰ 'ਤੇ ਗੱਲ ਚੱਲਦੀ ਹੈ ਪ੍ਰੋਟੋਕੋਲ ਦੀ। ਮੈਨੂੰ ਰਾਤੀਂ ਯਾਦ ਆ ਰਿਹਾ ਸੀ ਸਤ ਤਰਲੋਚਨ ਸਿੰਘ ਚੇਅਰਮੈਨ ਸਿਮਨਿਓਰਟੀ ਕਮਿਸ਼ਨ ਦੇ, ਉਹਨਾਂ ਦੀ ਇੱਕ ਗੱਲ ਕਿ ਉਹਨਾਂ ਦਿਨਾਂ 'ਚ ਭਰੂਣ ਹੱਤਿਆ ਜਿਹੜੀਆਂ ਬੱਚੀਆਂ ਸੀ ਇਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ ਕੁੱਖ ਵਿੱਚ। ਕੋਈ ਇੰਨੀ ਜ਼ਰੂਰਤ ਨਹੀਂ ਸੀ ਕਰਦਾ ਕਿ ਡਟ ਕੇ ਇਸ ਗੱਲ ਦੀ ਵਿਰੋਧਤਾ ਕਰਨ ਲਈ ਅੱਗੇ ਆਵੇ। ਤਾਂ ਗੱਲਬਾਤ ਹੋਈ ਅਤੇ ਦਿੱਲੀ ਵਿੱਚ ਸਤ ਤਰਲੋਚਨ ਸਿੰਘ ਦੇ ਦਫ਼ਤਰ ਵਿੱਚ ਕਨਵੈਨਸ਼ਨ ਸੱਦੀ ਗਈ, ਜਿਸ ਵਿੱਚ ਮੈਂਬਰ ਪਾਰਲੀਮੈਂਟ, ਜਿਸ ਵਿੱਚ ਮਿਨਿਸਟਰਸ ਅਤੇ ਹੋਰ ਵੀ ਆਏ, ਅਤੇ ਉਹਦੀ ਅਗਵਾਈ ਜਿਹੜੀ ਹੈ ਉਹ ਸਿੰਘ ਸਾਹਿਬ ਨੇ ਕੀਤੀ। ਅਤੇ ਜਿਹੜਾ ਹੁਕਮ ਸੀਗਾ ਗੁਰਬਾਣੀ ਦਾ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਇਹਦੇ ਬਾਰੇ ਆਦੇਸ਼ ਦਿੱਤਾ। ਅਤੇ ਉਸ ਆਦੇਸ਼ ਦਾ ਸਦਕਾ ਹੀ ਥੋੜ੍ਹੇ ਸਮੇਂ ਬਾਅਦ ਹੀ ਹਿੰਦੁਸਤਾਨ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਦਿੱਲੀ ਵਿੱਚ ਇੱਕ ਕਨਵੈਨਸ਼ਨ ਹੋਈ, ਮੀਟਿੰਗ ਹੋਈ। ਉਸ ਮੀਟਿੰਗ ਵਿੱਚ ਉਹਨਾਂ ਫੈਸਲਾ ਕੀਤਾ, ਇਤਿਹਾਸ ਦੇ ਪੰਨਿਆਂ 'ਤੇ ਲਿਖਿਆ, ਮੇਰਾ ਨਹੀਂ ਕਿਹਾ ਜਾਂਦਾ, ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਹੈ ਕਿ ਜੋ ਅਕਾਲ ਤਖਤ ਸਾਹਿਬ ਨੇ ਭਰੂਣ ਹੱਤਿਆ ਬਾਰੇ ਜਿਹੜਾ ਹੈ ਉਹ ਹੁਕਮ ਦਿੱਤਾ ਹੈ, ਉਹ ਕੇਵਲ ਸਿੱਖਾਂ ਲਈ ਨਹੀਂ, ਉਹਨੂੰ ਅਸੀਂ ਸਾਰੇ ਹਿੰਦੁਸਤਾਨ ਦੇ ਮੁੱਖ ਮੰਤਰੀ ਜਿਹੜੇ ਹੈ ਉਹ ਪ੍ਰਵਾਨ ਕਰਦੇ ਹਾਂ ਅਤੇ ਉਹਦੇ 'ਤੇ ਅਸੀਂ ਅਮਲ ਕਰਨ ਦੇ ਲਈ ਅਕਾਲ ਤਖਤ ਸਾਹਿਬ ਨੂੰ ਯਕੀਨ ਦਿਵਾਉਂਦੇ ਹਾਂ ਕਿ ਸਾਰੇ ਸੂਬਿਆਂ ਵੱਲੋਂ ਕੀਤਾ ਜਾਊਗਾ। ਉਸ ਤੋਂ ਬਾਅਦ ਇੱਕ ਬਹੁਤ ਵੱਡੀ ਇਤਿਹਾਸਕ ਜਦੋਂ ਆਪਾਂ ਫੋਲੀਏ ਅਤੇ ਗੱਲ ਆਉਂਦੀ ਹੈ ਕਿ ਬਾਹਰਲੇ ਮੁਲਕਾਂ 'ਚ ਅੱਜ ਕੱਲ੍ਹ ਸਮਜਾਤੀ ਜਿਹੜਾ ਹੈ ਸਮਲਿੰਗੀ ਵਿਆਹ ਦੀ ਗੱਲ ਚੱਲਦੀ ਹੈ। ਉਹਦੇ ਬਾਰੇ ਸਿੰਘ ਸਾਹਿਬ ਨੇ ਡਟ ਕੇ ਕੈਨੇਡਾ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਉਹਨੂੰ ਲਿਖਿਆ, ਜਿਹੜਾ ਉੱਥੋਂ ਦਾ ਬੈਂਸ ਉਸ ਵੇਲੇ ਦਾ ਮਿਨਿਸਟਰ ਸੀਗਾ, ਉਹਨੂੰ ਡਟ ਕੇ ਗੱਲ ਇਹ ਲਿਖੀ ਕਿ ਸਿੱਖ ਇਤਿਹਾਸ ਵਿੱਚ ਅਨਨੈਚੁਰਲ ਜਿਹੜੀ ਸ਼ਾਦੀ ਹੈ ਇਹ ਕਦੇ ਨਹੀਂ ਆਗਿਆ ਦਿੰਦਾ, ਇਸ ਕਰਕੇ ਸਿੱਖ ਜਿਹੜਾ ਹੈ ਕੋਈ ਵੀ ਇਸ ਗੱਲ ਦੀ ਹਮਾਇਤ ਨਾ ਕਰੇ। ਇਸ ਤੋਂ ਇਲਾਵਾ ਹੋਰ ਵੀ RSS ਬਾਰੇ ਬੜਾ ਅੱਜ ਕੱਲ੍ਹ ਤੁਹਾਨੂੰ ਸਾਰੇ ਇਹਨਾਂ ਨੂੰ ਸੁਣਦੇ ਹੀ ਹੋ ਜਿੰਨੇ ਸਰੋਤੇ ਨੇ ਕਿ ਕਿੰਨਾ ਗੱਲ ਚੱਲ ਰਹੀ ਹੈ ਕਿ RSS ਸਿੱਖ ਮਸਲਿਆਂ 'ਚ ਕਿਸ ਤਰ੍ਹਾਂ ਦਖਲ ਦਿੰਦੀ ਹੈ। RSS ਕਿਸ ਤਰ੍ਹਾਂ ਇਹ ਸਾਬਤ ਕਰਨ ਦਾ ਯਤਨ ਕਰਦੀ ਹੈ ਕਿ ਜਿਹੜੀ ਗੀਤਾ ਹੈ ਇਹਦਾ ਸਾਰ ਜਿਹੜਾ ਹੈ ਉਹ ਹੈਗਾ ਹੈ ਗੁਰੂ ਗ੍ਰੰਥ ਸਾਹਿਬ। ਉਹਦੇ ਬਾਰੇ ਵੀ ਸਿੰਘ ਸਾਹਿਬ ਨੇ ਇੱਕ ਅਜਿਹਾ ਹੁਕਮਨਾਮਾ ਜਾਰੀ ਕੀਤਾ ਜਿਸ ਦੇ ਵਿੱਚ ਸਪਸ਼ਟ ਸਿੱਖਾਂ ਨੂੰ ਹਦਾਇਤ ਕੀਤੀ ਕਿ ਇਹ ਬੜੀ ਇੱਕ ਚਲਾਕ ਅਤੇ ਛਾਤਰ ਜਥੇਬੰਦੀ ਆ। RSS ਦੀਆਂ ਚਾਲਾਂ ਜਿਹੜੀਆਂ ਇਹ ਆਪਣੇ ਆਪ ਨੂੰ ਸਿੱਖਾਂ ਦੀ ਹਮਦਰਦ ਦਿਖਾਉਂਦੀ ਹੈ, ਪਰ ਇਹਦੀਆਂ ਚਾਲਾਂ ਜਿਹੜੀਆਂ ਇਹਦੇ ਅੰਦਰ ਹੋ ਰਿਹਾ ਉਹਦੇ ਤੋਂ ਸਾਵਧਾਨ ਰਿਹਾ ਜਾਵੇ। ਭਾਵੇਂ ਉਦੋਂ ਗੱਲ ਹੌਲੀ ਹੌਲੀ ਚੱਲੀ, ਫਿਰ ਬੜੀ ਤੇਜ਼ੀ ਨਾਲ ਚੱਲੀ। ਇਸ ਤੋਂ ਬਾਅਦ ਹੋਰ ਵੀ ਅਜਿਹੇ ਕਈ ਮਸਲੇ ਆਏ ਜਿਨ੍ਹਾਂ ਬਾਰੇ ਸਿੰਘ ਸਾਹਿਬ ਜੀ ਨੇ ਡਟ ਕੇ ਜਿਹੜਾ ਹੈ ਉਹ ਸਾਥ ਦਿੱਤਾ। ਜਦੋਂ ਟ੍ਰੇਡ ਟਾਵਰ ਦੇ ਉੱਤੇ ਅਮਰੀਕਾ ਦੇ ਵਿੱਚ ਹਮਲਾ ਹੋਇਆ ਹੈ, ਉਹ ਇਹ ਖੁਸ਼ੀ ਦੀ ਗੱਲ ਹੈ ਕਿ ਉਦੋਂ ਵਿਦਾਂਤੀ ਜੀ ਨੂੰ, ਸਿੰਘ ਸਾਹਿਬ ਜੀ ਨੂੰ ਇਟਲੀ ਦੇ ਵਿੱਚ ਇੱਕ ਬਹੁਤ ਵੱਡੀ ਫੰਕਸ਼ਨ ਸੀਗਾ
ਕਨਵੈਨਸ਼ਨ ਸੀਗੀ ਉਹ ਟ੍ਰੇਡ ਦੇ ਬਾਰੇ ਰੱਖਿਆ ਗਿਆ। ਸਾਰੀਆਂ ਉਹਦੇ 'ਚ ਕੌਮੀਅਤਾਂ ਆਈਆਂ। ਉਹਦੇ 'ਚ ਵੇਦਾਂਤੀ ਜੀ ਨੂੰ ਚੇਚੇ ਤੌਰ 'ਤੇ ਬੁਲਾਇਆ ਗਿਆ ਅਤੇ ਜਿਹੜੇ ਪ੍ਰੈਜ਼ੀਡੀਅਮ ਦੇ ਮੈਂਬਰ ਸੀ ਵੱਖ-ਵੱਖ ਧਰਮਾਂ ਦੇ, ਉਹਨਾਂ ਦੇ ਵਿੱਚ ਪ੍ਰੈਜ਼ੀਡੀਅਮ ਵਿੱਚ ਵੇਦਾਂਤੀ ਜੀ ਵੀ ਜਿਹੜੇ ਸੀ ਉਹ ਸ਼ਾਮਲ ਸੀ। ਇਹ ਪਹਿਲੀ ਵਾਰੀ ਇੱਕ ਮਾਣ ਦੀ ਗੱਲ ਆ ਕਿ ਨੈਸ਼ਨਲ ਤੋਂ ਇੰਟਰਨੈਸ਼ਨਲ ਤੌਰ 'ਤੇ ਸਰਬ ਧਰਮ ਜਿਹੜਾ ਉਹਦਾ ਸੰਮੇਲਨ ਹੋਵੇ ਅਤੇ ਉਹਦੇ ਵਿੱਚ ਸਿੱਖ ਧਰਮ ਜਿਹੜਾ ਹੈ ਉਹਦੀ ਨੁਮਾਇੰਦਗੀ ਅਕਾਲ ਤਖਤ ਸਾਹਿਬ ਜਿਹੜਾ ਹੈ ਕਰੇ। ਕਿਤਾਬ ਵੀ ਉਦੋਂ ਮਗਰੋਂ ਛਾਪੀ ਗਈ। ਇਸ ਕਰਕੇ ਜੇ ਆਪਾਂ ਇਤਿਹਾਸ ਦੇ ਪੰਨੇ ਫੋਲੀਏ, ਇਸ ਤੋਂ ਇਲਾਵਾ ਹੋਰ ਵੀ ਇਹ ਜੇ ਫੈਸਲੇ ਕੀਤੇ ਇੱਥੋਂ ਤੱਕ, ਜਿਵੇਂ ਮੈਂ ਪ੍ਰੋਟੋਕੋਲ ਦੀ ਪਹਿਲੋਂ ਗੱਲ ਕਹਿ ਬੁੱਟਾ ਹੁਣ ਦੀ ਉਹਦੀ ਗੱਲ ਵੀ ਜਦੋਂ ਉੱਥੇ ਕੀਤਾ ਬੱਚੀਆਂ ਦੇ ਬਾਰੇ ਫੈਸਲਾ ਕੀਤਾ। ਇੱਕ ਹੋਰ ਇਤਿਹਾਸਕ ਗੱਲ, ਜਦੋਂ ਸੱਚੇ ਸੌਦੇ ਵਾਲੇ ਨੇ ਉਹ ਇੱਕ ਪਖੰਡ ਦਾ ਰਚਿਆ, ਉਹ ਵਰਦੀ ਪਾ ਕੇ, ਉਹ ਯੂਨੀਫਾਰਮ ਪਾ ਕੇ, ਅਤੇ ਪੰਜਾਬ ਦੇ ਹਾਲਾਤ ਉਦੋਂ ਅਜਿਹੇ ਸੀ ਕਿ ਪਤਾ ਨਹੀਂ ਕਿਹੜੇ ਵੇਲੇ ਪੰਜਾਬ ਦੇ ਵਿੱਚ ਅੱਗ ਲੱਗ ਜਾਣੀ ਹੈ। ਬੜੀ ਭੜਕਾਹਟ ਪੈਦਾ ਹੋਈ ਸੀ। ਪਹਿਲੀ ਵਾਰੀ ਇਤਿਹਾਸ ਦੇ ਵਿੱਚ ਆ ਕਿ ਸਿੰਘ ਸਾਹਿਬ ਜੀ ਨੇ ਆਪ ਇਹ ਫੈਸਲਾ ਕੀਤਾ ਕਿ 2 ਦਿਨ ਇਸ ਸ਼ੋਕ ਵਜੋਂ, ਇਸ ਅਫਸੋਸ ਵਜੋਂ, ਇਹਨਾਂ ਭਾਵਨਾ ਦੇ ਖਿਲਾਫ ਗੱਲ ਕਰਨ ਦੇ ਲਈ ਬੰਦ ਕੀਤਾ ਜਾਵੇ ਪੰਜਾਬ। ਜਿਹਦੇ 'ਚ ਕਈਆਂ ਨੇ ਇਸ ਗੱਲ 'ਤੇ ਨੁਕਤਾਚੀਨੀ ਵੀ ਕੀਤੀ। ਉਹਨਾਂ ਕਿਹਾ ਵੀ ਸਵਾਲ ਇਹ ਹੈ ਕਿ ਜਦੋਂ ਕੌਮ ਦੇ ਉੱਤੇ ਬਣੀ ਹੋਵੇ ਉਦੋਂ ਨਾ ਪ੍ਰੋਟੋਕੋਲ ਵੇਖਿਆ ਜਾਂਦਾ ਹੈ, ਨਾ ਉਦੋਂ ਕੇਵਲ ਅਤੇ ਕੇਵਲ ਭਾਵਨਾਵਾਂ ਦੀ ਗੱਲ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਜਿਹਦੇ ਨਾਲ ਕੌਮ ਦਾ ਅਤੇ ਦੇਸ਼ ਦਾ ਫਾਇਦਾ ਹੋਵੇ। ਇਸ ਕਰਕੇ ਜੋ ਇਤਿਹਾਸ, ਫਿਰ ਇਸ ਤੋਂ ਇਲਾਵਾ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇਹ ਵੀ ਇਤਿਹਾਸਕ ਗੱਲ ਹੈ ਕਿ ਪਹਿਲੀ ਵਾਰੀ ਉੱਥੋਂ ਦੇ ਪਾਰਲੀਮੈਂਟ ਮੈਂਬਰ ਜਿਹੜੇ ਸੀ ਏਸ਼ੀਆ ਦੇ ਟੋਟਲ, ਉਹਨਾਂ ਦੀ ਇੱਕ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਸਿੰਘ ਸਾਹਿਬ ਨੂੰ ਇਹ ਸਵਾਲ ਕੀਤਾ ਗਿਆ, ਦੱਸੋ ਜੀ ਤੁਸੀਂ ਸਿੱਖਾਂ ਬਾਰੇ ਕੀ ਆਂਦੇ ਜੇ, ਸਿੱਖ ਕੌਮ ਬਾਰੇ। ਅਤੇ ਸਿੰਘ ਸਾਹਿਬ ਨੇ ਉੱਥੇ ਪਾਰਲੀਮੈਂਟ ਇੰਗਲੈਂਡ ਦੇ ਵਿੱਚ ਇਹ ਡਟ ਕੇ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਆ, ਜਿਹੜਾ ਅਜੇ ਤੱਕ ਉਦੋਂ ਪਹਿਲੋਂ ਕਿਸੇ ਨੇ ਕਿਹਾ। ਉਦੋਂ ਮਗਰੋਂ ਸਾਰੀ ਗੱਲ ਚੱਲੀ, ਭਾਵੇਂ ਸਾਡੇ ਸੰਵਿਧਾਨ ਵਿੱਚ ਵੀ ਇਹ ਗੱਲਾਂ ਨਹੀਂ। ਇਸ ਕਰਕੇ ਗੱਲ ਲੰਮੀ ਹੋ ਰਹੀ ਹੈ। ਜੇ ਸਿੰਘ ਸਾਹਿਬ ਦੇ ਸਮੇਂ ਦੇ ਅਹਿਦ ਦੇ ਜਿਹੜੇ ਹੈ ਉਹ ਫੈਸਲੇ ਆਪਾਂ ਪੜ੍ਹੀਏ ਅਤੇ ਉਹ ਇਤਿਹਾਸਕ ਫੈਸਲੇ ਨੇ ਜਿਹੜੇ ਅਜੇ ਤੱਕ, ਜਿਸ ਤਰ੍ਹਾਂ RSS ਵਾਲਾ ਤੁਹਾਨੂੰ ਦੱਸਿਆ ਹੈ ਕਿ ਉਹਦੇ ਬਾਰੇ ਇੰਨਾ ਜ਼ਬਰਦਸਤ ਫੈਸਲਾ ਕੀਤਾ ਕਿ ਅੱਜ ਪਿੰਡ ਪਿੰਡ ਵਿੱਚ ਬੱਚਾ ਜਿਹੜਾ ਹੈ RSS ਦੀਆਂ ਕੁਚਾਲਾਂ ਤੋਂ ਚਾਲ ਜਾਣਕਾਰ ਹੋ ਗਿਆ ਹੈ ਅਤੇ ਇਹਦੇ ਬਾਰੇ ਸਾਰੇ ਜਾਗਰਤ ਹੋ ਗਏ ਨੇ ਅਤੇ ਅੱਜ ਵੀ ਇਹ ਹੈ। ਇਸ ਕਰਕੇ ਸਿੰਘ ਸਾਹਿਬ ਦਾ ਨਾਮ ਇਤਿਹਾਸ ਵਿੱਚ ਅਜਿਹਾ ਰਹੂਗਾ ਕਿ ਜਦੋਂ ਵੀ ਕਿਤੇ ਕੌਮੀ ਫੈਸਲਿਆਂ ਦੀ ਗੱਲ ਆਊਗੀ, ਜਿਸ ਤਰ੍ਹਾਂ ਪੁਰਾਣੇ ਜਥੇਦਾਰ ਸਾਹਿਬਾਨ ਦੀਆਂ ਗੱਲਾਂ ਆਉਂਦੀਆਂ ਹੈ, ਅਤੇ ਸਿੰਘ ਸਾਹਿਬ ਦੇ ਜਿਹੜੇ ਫੈਸਲੇ ਆ ਇਹ ਜਿਹੜੇ ਆ ਇਤਿਹਾਸਕ ਫੈਸਲੇ ਹੋਣਗੇ। ਇਹਦੇ 'ਤੇ ਜਦੋਂ ਤੋਂ ਅਮਲ ਕਰੂਗੀ ਕੌਮ ਸਮੁੱਚੇ ਤੌਰ 'ਤੇ, ਉਦੋਂ ਮੈਂ ਸਮਝਦਾ ਕੌਮ ਦਾ ਇੱਕ ਨਵਾਂ ਇਤਿਹਾਸ ਵੀ ਸਿਰਜਿਆ ਜਾਊਗਾ, ਇੱਕ ਨਵੇਂ ਹੱਦ ਬੰਨੇ ਵੀ ਕੌਮ ਲਈ ਹੋਣਗੇ। ਇਸ ਕਰਕੇ ਅੱਜ ਸਿੰਘ ਸਾਹਿਬ ਸਾਡੇ ਵਿੱਚੋਂ ਤੁਰ ਗਏ ਨੇ, ਜਿਹੜੀ ਅਜੇ ਲੋੜ ਬੜੀ ਸੀ ਉਹਨਾਂ ਦੀ। ਇਸ ਕਰਕੇ ਮੈਂ ਇੱਕੋ ਹੀ ਅਪੀਲ ਕਰੂੰਗਾ ਸਮੂਹ ਜਥੇਬੰਦੀਆਂ ਨੂੰ, ਸਮੂਹ ਸਿੱਖ ਸੰਸਥਾਵਾਂ ਨੂੰ ਕਿ ਇੱਕੋ ਆਪਣੇ ਵਿਤਕਰੇ ਛੱਡ ਕੇ ਇੱਕ ਤੇ ਇਕੱਠੇ ਹੋ ਜਾਣ, ਜਿਹਦੇ ਲਈ ਬਾਰ-ਬਾਰ ਸਿੰਘ ਸਾਹਿਬ ਚਿੰਤਾ ਦਾ ਇਜ਼ਹਾਰ ਕਰਦੇ ਸੀ ਕਿ ਸਾਰੀਆਂ ਜਥੇਬੰਦੀਆਂ ਨੂੰ ਆਪਣੇ ਆਪਸੀ ਮਤਭੇਦ ਛੱਡ ਕੇ ਸਿਰਫ ਸਿੱਖ ਕੌਮ ਦੀ ਤਰੱਕੀ ਲਈ, ਧਰਮ ਦੇ ਲਈ ਇਕੱਠੇ ਹੋ ਕੇ ਤੇ ਹਮਲਾ ਮਾਰਨਾ ਚਾਹੀਦਾ ਹੈ। ਅੱਜ ਇਹ ਲੋੜ ਸੀ ਸਿੰਘ ਸਾਹਿਬ ਦੀ। ਇਹ ਉਹ ਆਂਦੇ ਵੀ ਹੁੰਦੇ ਸੀ ਕਿ ਮੇਰੇ ਮਨ 'ਚ ਚਾਅ ਹੈ ਕਿ ਮੈਂ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਕਰਕੇ ਕਹਾਂ ਕਿ ਬਾਕੀ ਝਗੜੇ ਬਾਅਦ 'ਚ ਕਰਦੇ ਰਹੋ। ਜਿੱਥੋਂ ਤੱਕ ਸਿੱਖ ਧਰਮ ਦਾ ਪ੍ਰਚਾਰ ਦੀ ਗੱਲ ਹੈ, ਸਿੱਖ ਇਤਿਹਾਸ ਦੀ ਗੱਲ ਹੈ, ਸਿੱਖ ਵਿੱਚ ਆ ਰਹੀਆਂ ਜਿਹੜੀਆਂ ਕੁਰੀਤੀਆਂ ਹੈ ਉਹਨਾਂ ਦੀ ਗੱਲ ਹੈ, ਉਹਨੂੰ ਪਹਿਲੋਂ ਇਕੱਠੇ ਹੋ ਕੇ ਆਪਾਂ ਕਰ ਲਈਏ, ਆਪਸੀ ਝਗੜੇ ਮੁੜ ਕੇ ਨਿਬੇੜ ਲਾਂਗੇ। ਇਸ ਕਰਕੇ ਆਓ ਸੱਚੇ ਸਿੰਘ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਜੇ ਦੇਣੀ ਹੈ। ਇਹ ਸ਼ਰਧਾਂਜਲੀ ਹੈ ਕਿ ਜੋ ਉਹਨਾਂ ਨੇ ਫੈਸਲੇ ਕੀਤੇ ਉਹਨਾਂ ਨੂੰ ਅਮਲ ਵਿੱਚ ਲਿਆਈਏ। ਜਿਹੜੇ ਆਪਸ ਵਿੱਚ ਸਾਡੇ ਫੁੱਟ ਪਈ ਹੈ, ਆਪਸ ਵਿੱਚ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੇ ਯਤਨ ਕਰਦੇ ਆ, ਉਹ ਛੱਡ ਕੇ ਅਸੀਂ ਕੇਵਲ ਤੇ ਕੇਵਲ ਸਾਰੀਆਂ ਜਥੇਬੰਦੀਆਂ, ਭਾਵੇਂ ਦਮਦਮੀ ਟਕਸਾਲ ਨਾਲ ਸੰਬੰਧਿਤ ਹੋਣ, ਭਾਵੇਂ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਹੋਣ, ਭਾਵੇਂ ਹੋਰ ਸਿੱਖ ਸੰਸਥਾਵਾਂ ਦੇ ਨਾਲ ਸੰਬੰਧਿਤ ਹੋਣ, ਉਹਨਾਂ ਨੂੰ ਇਕੱਠਿਆਂ ਹੋ ਕੇ ਆਪਣੇ ਵਿਤਕਰੇ ਛੱਡ ਕੇ ਕੇਵਲ ਤੇ ਕੇਵਲ ਮਰਿਆਦਾ ਲਾਗੂ ਕਰਨ ਦੇ ਲਈ, ਸਿੱਖ ਰਹਿਤ ਮਰਿਆਦਾ ਲਾਗੂ ਕਰਨ ਦੇ ਲਈ, ਸਿੱਖੀ ਸਿਧਾਂਤ ਨੂੰ ਲਾਗੂ ਕਰਨ ਦੇ ਲਈ, ਫਿਰ ਜਿਹੜੀ ਪਤਤ ਪੁਣੇ ਦੀ ਲਹਿਰ ਆ ਉਹਨੂੰ ਦੂਰ ਕਰਨ ਦੇ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਜੁੜ ਜਾਣਾ ਚਾਹੀਦਾ ਹੈ। ਇਹ ਹੈ ਸੱਚੀ ਸ਼ਰਧਾਂਜਲੀ ਅੱਜ ਵੇਦਾਂਤੀ ਜੀ ਨੂੰ, ਤਾਂ ਕਿ ਇਹ ਜਿਹੜਾ ਹੈ ਸਮਾਂ ਜਿਹੜਾ ਹੈ ਅੱਜ ਕੁਝ ਸਿੱਖਣ ਦਾ ਸਮਾਂ ਹੈ। ਇਸ ਕਰਕੇ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਆਪਣੇ ਸਾਰੀ ਭਾਈਚਾਰੇ ਵੱਲੋਂ ਸਿੰਘ ਸਾਹਿਬ ਨੂੰ ਬੜੇ ਭਰੇ ਮਨ ਦੇ ਨਾਲ ਸ਼ਰਧਾਂਜਲੀ ਅਰਪਣ ਕਰਦਾ ਹੋਇਆ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਸਿੰਘ ਸਾਹਿਬ ਜੀ ਜਿੱਥੇ ਵੀ ਹੋ ਉੱਥੇ ਇੱਕ ਅਰਦਾਸ ਜ਼ਰੂਰ ਕਰੋ ਕਿ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਆਪਣੇ ਮਤਭੇਦ ਭੁਲਾ ਕੇ ਇਹ ਜਿਹੜਾ ਹੈ
ਕਾਰਜ ਐਡਾ ਵੱਡਾ ਕਾਰਜ ਕਰਨ ਵਾਲਾ ਹੈ ਕਿ ਹਮਲਾ ਮਾਰਨ ਇਹ ਜਿਹੜੀਆਂ ਸਾਰੀਆਂ ਸਿੱਖ 'ਚ ਕੁਰੀਤੀਆਂ ਆ ਰਹੀਆਂ ਨੇ ਉਹ ਦੂਰ ਹੋਣ। ਅੱਜ ਜਿਹੜਾ ਦੁਨੀਆ ਭਰ ਵਿੱਚ ਸਿੱਖਾਂ ਦੀ ਬਦਨਾਮੀ ਹੋ ਰਹੀ ਹੈ, ਅੱਜ ਉਹ ਜਿਹੜੀ ਹੈ ਉਹਨੂੰ ਠੱਲ ਪੈ ਸਕੇ। ਸਿੰਘ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਜਦੋਂ ਸ਼ਾਮਾਂ ਨੂੰ ਇੱਕ ਬਹੁਤ ਵੱਡੀ ਜਿਹੜੀ ਦੁਖਦਾਈ ਖਬਰ ਸੀ ਸੁਣੀ ਤੇ ਮਨ ਨਹੀਂ ਮੰਨ ਰਿਹਾ ਸੀ ਕਿ ਇੰਨੀ ਵੱਡੀ ਗੱਲ ਸਾਡੇ ਸਾਹਮਣੇ ਇਹ ਜਿਹੜੀ ਵਾਪਰੀ ਹੈ। ਕਿਉਂਕਿ ਮੈਂ ਮਹਿਸੂਸ ਕਰਦਾ ਕਿ ਜਦੋਂ ਵੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਸਾਹਿਬ ਹੋਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਇਹਨਾਂ ਦੇ ਚਿਹਰੇ ਤੋਂ ਤੇ ਇਹਨਾਂ ਦੀ ਅੰਦਰਲੀ ਜਿਹੜੀ ਭਾਵਨਾ ਸੀ ਉਸ ਤੋਂ ਜੋ ਸਿੱਖ ਦੇ ਲਈ ਚਿੰਤਾ ਦਾ ਵਿਸ਼ਾ ਜਿਹੜਾ ਸੀ ਉਹ ਉਹਨਾਂ ਦੇ ਅੰਦਰੋਂ ਇੱਕ ਇਉਂ ਲਾਵਾ ਬਣਿਆ ਹੁੰਦਾ ਰਹਿੰਦਾ ਸੀ ਕਿ ਇਹ ਜਿਹੜਾ ਸਿੱਖ ਹੈ ਜਿਹੜਾ ਉਸ ਦਾ ਸਿੱਖੀ ਸਰੂਪ ਜਿਹੜਾ ਉਹ ਕਿਵੇਂ ਬਚਾਇਆ ਜਾ ਸਕੇ। ਸਿੱਖ ਪਰੰਪਰਾਵਾਂ, ਸਿੱਖ ਸਿਧਾਂਤ ਅਤੇ ਸਿੱਖ ਜਿਹੜਾ ਪੰਥਕ ਏਜੰਡਾ ਹੈ ਉਸ ਨੂੰ ਕਿਵੇਂ ਅਸੀਂ ਸੰਭਾਲ ਸਕਦੇ ਹਾਂ। ਵਿਸ਼ੇਸ਼ ਤੌਰ 'ਤੇ ਉਹਨਾਂ ਦੇ ਮਨ ਦੇ ਵਿੱਚ ਇੱਦਾਂ ਦੀ ਜ਼ਰੂਰ ਚਿੰਤਾ ਰਹਿੰਦੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਅੰਮ੍ਰਿਤਮਈ ਬਾਣੀ ਹੈ ਉਸ ਦੀ ਬਰੀਕ ਤੋਂ ਬਰੀਕ ਜਿਹੜੀ ਉਹਨਾਂ ਨੇ ਨੁਕਤੇ ਜਿਹੜੇ ਨੇ ਸਿੱਖ ਸੰਸਾਰ ਦੇ ਸਾਹਮਣੇ ਹਮੇਸ਼ਾ ਰੱਖਦੇ ਸੀ। ਮੈਂ ਅਨੁਭਵ ਕਰਦਾ ਕਿ ਅਸੀਂ ਨਾ ਸਿੱਖਾਂ ਨੇ ਜਿਸ ਤਰ੍ਹਾਂ ਕੌਮ ਦੇ ਹੀਰੇ ਜਿਹੜੇ ਸੀ ਭਾਈ ਕਾਹਨ ਸਿੰਘ ਜੀ ਨਾਭਾ, ਉਹਨਾਂ ਨੂੰ ਵੀ ਅਸੀਂ ਨਹੀਂ ਉਹਨਾਂ ਸਤਿਕਾਰ ਆਦਰ ਦੇ ਸਕੇ ਅਤੇ ਨਾ ਹੀ ਅਸੀਂ ਪੰਥ ਦੇ ਜਿਹੜੇ ਮਹਾਨ ਵਿਦਵਾਨ ਭਾਈ ਸਾਹਿਬ ਸਿੰਘ ਜੀ ਡੀਲੇਟ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ ਹੈ, ਐਸੇ ਜਿਹੜੇ ਵਿਦਵਾਨ ਜਿਹੜੇ ਸਿੱਖੀ ਦੇ ਵਿੱਚ ਬਿਲਕੁਲ ਓਤ-ਪੋਤ ਹੋਏ, ਲਿਪਤ ਹੋਏ, ਉਹਨਾਂ ਨੂੰ ਅਸੀਂ ਬਣਦਾ ਆਦਰ ਸਤਿਕਾਰ ਨਹੀਂ ਦੇ ਸਕੇ। ਇਸੇ ਤਰ੍ਹਾਂ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਸਾਹਿਬ ਹੋਰਾਂ 'ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਇੰਨੀ ਬਖਸ਼ਿਸ਼, ਇੰਨੀ ਕਿਰਪਾਲਤਾ ਕਿ ਇਹਨਾਂ 'ਤੇ ਜੋ ਵੀ ਇਹਨਾਂ ਦੇ ਮੂੰਹ ਦੇ ਵਿੱਚੋਂ ਕੋਈ ਅਲਫਾਜ਼ ਨਿਕਲਦੇ ਸਨ ਅਤੇ ਗੁਰਮਤ ਦੇ ਅਨੁਕੂਲ ਹੀ ਨਿਕਲਦੇ। ਅਤੇ ਇਹਨਾਂ ਨੂੰ ਜਦੋਂ ਵੀ ਕਿਤੇ ਮਿਲਣ ਦਾ ਮੌਕਾ ਮਿਲਿਆ, ਮੈਂ ਇਹਨਾਂ ਦੀ ਇੱਕ ਆਪਣੇ ਨਾਲ ਜ਼ਿੰਦਗੀ ਦੀ ਮੈਂ ਗੱਲ ਦੱਸਣੀ ਚਾਹੁੰਦਾ ਕਿ ਮੈਂ ਜਦੋਂ ਬਹੁਤ ਸਾਲਾਂ ਦੀ ਗੱਲ ਹੈ, ਮੇਰੀ ਬੱਚੀ ਪੜ੍ਹਦੀ ਸੀ ਅਤੇ ਜਿਨ੍ਹਾਂ ਨੂੰ ਫੀਸ ਦੇ ਕਾਰਨ ਕਾਲਜ ਦੇ ਵਿੱਚੋਂ ਕੱਢ ਦਿੱਤਾ ਗਿਆ ਕਿ 50,000 ਰੁਪਏ ਲੈ ਕੇ ਕਾਲਜ ਦੇ ਵਿੱਚ ਵੜੀ। ਅਤੇ ਮੈਂ ਦੱਸਣਾ ਚਾਹੁੰਦਾ ਕਿ ਉਹ ਕਾਲਜ ਵੀ ਜਿਹੜਾ ਸੀ ਉਹ ਸਿੱਖਾਂ ਦੇ ਨਾਲ ਜਿਹੜੇ ਵਿਅਕਤੀ ਨੇ ਉਹ ਚਲਾ ਰਹੇ ਸਨ। ਮੈਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਗਿਆ, ਇੱਕ ਕਾਰਨਰ 'ਤੇ ਖੜ੍ਹ ਕੇ ਮੈਂ ਸ਼੍ਰੀ ਗੁਰੂ ਰਾਮਦਾਸ ਜੀਆਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਤੁਹਾਡੇ ਤੋਂ ਬਿਨਾਂ ਕੋਈ ਮੇਰੀ ਬਾਂਹ ਨਹੀਂ ਫੜ ਸਕਦਾ। ਅਤੇ ਮੈਂ ਸਿੰਘ ਸਾਹਿਬ ਜੀ ਗੁਰੂ ਸਾਹਿਬ ਦੀ ਤਾਬਿਆ ਬੈਠੇ ਸਨ, ਮੈਂ ਇਹਨਾਂ ਨੂੰ ਕਿਹਾ ਮੈਂ ਜੀ ਤੁਹਾਨੂੰ ਮਿਲਣਾ ਚਾਹੁੰਦਾ। ਇਹ ਕਹਿੰਦੇ 6 ਵਜੇ ਮੇਰੇ ਕੁਆਟਰ ਦੇ ਵਿੱਚ ਆ ਜਾਏ ਜੀ। ਮੈਂ ਗਿਆ ਅਤੇ ਉੱਥੇ ਵੀ ਇਹ ਪਾਠ ਕਰ ਰਹੇ ਸਨ। ਮੈਂ ਇਹਨਾਂ ਨੂੰ ਕਿਹਾ ਕਿ ਸਾਰੀ ਗੱਲ ਦੱਸੀ ਅਤੇ ਇਹ ਕਹਿੰਦੇ ਕੋਈ ਗੱਲ ਨਹੀਂ, ਤੈਨੂੰ ਘਬਰਾਉਣ ਦੀ ਲੋੜ ਨਹੀਂ, ਵੀ ਆਪਾਂ ਬੀਬੀ ਜਗੀਰ ਕੌਰ ਜੀ ਪ੍ਰਧਾਨ ਨੇ ਉਹਨਾਂ ਨੂੰ ਕੁਝ ਕਹਿੰਦੇ ਹਾਂ, ਕੁਝ ਆਪਾਂ ਹੋਰ ਉਪਰਾਲਾ ਕਰਦੇ ਹਾਂ ਅਤੇ ਮੈਂ ਛੇਤੀ ਗੱਲ ਮੁਕਾਵਾਂ। ਅਤੇ ਜਦੋਂ ਮੈਂ ਉਹ ਦਰਖਾਸਤ ਦੇਣ ਗਿਆ ਅਤੇ ਭਾਈ ਜਗਵੀਰ ਸਿੰਘ ਜੀ ਹੋਰੀ ਉਹਨਾਂ ਦੇ ਪੀਏ ਅਤੇ ਉਹਨਾਂ ਨੂੰ ਦਰਖਾਸਤ ਦਿੱਤੀ ਅਤੇ ਉਹ ਕਹਿਣ ਲੱਗੇ ਵੀ ਉਹ ਤਾਂ ਅਮਰੀਕਾ ਚਲੇ ਗਏ। ਇਤਫਾਕ ਨਾਲ ਹੀ ਕੋਈ 7 ਦਿਨਾਂ ਦੇ ਬਾਅਦ ਹੀ ਜਦੋਂ ਦੁਬਾਰਾ ਫੋਨ ਕੀਤਾ, ਕਿਉਂਕਿ ਪੰਥ ਰਤਨ ਸ਼੍ਰੀਮਾਨ ਸੰਤ ਸਿੰਘ ਜੀ ਮਸਕੀਨ ਸਰੀਰ ਛੱਡ ਕੇ ਵਾਪਸ ਆ ਗਏ। ਅਤੇ ਜਦੋਂ ਮੈਂ ਇਹਨਾਂ ਦੇ ਨਾਲ ਗੱਲ ਕੀਤੀ, ਕਹਿੰਦੇ ਭਾਈ ਤੂੰ ਦਰਖਾਸਤ ਨਹੀਂ ਲਿਖੀ ਅਤੇ ਆਹ ਨੰਬਰ ਨੋਟ ਕਰ ਲੈ। ਜਦੋਂ ਮੈਂ ਨੰਬਰ ਨੋਟ ਕੀਤਾ ਉਹ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਕੇਸਗੜ੍ਹ ਸਾਹਿਬ ਵਾਲਿਆਂ ਦਾ, ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਸੀ 7-8 ਦਿਨਾਂ ਬਾਅਦ ਮੈਂ ਫਿਰ ਜਗਵੀਰ ਸਿੰਘ ਹੋਰਾਂ ਕੋਲ ਆਇਆ, ਬੇਨਤੀ ਕੀਤੀ ਕਿ ਮੈਨੂੰ ਕਿਰਪਾ ਕਰਕੇ ਸਿੰਘ ਸਾਹਿਬ ਨੂੰ ਮਿਲਾ ਦਿਓ ਅਤੇ ਮੇਰੀ ਬੱਚੀ ਹੈ ਜਿਹੜੀ ਉਹ ਕਾਲਜ ਜਾਣ ਤੋਂ ਘਰੇ ਬੈਠੀ ਹੈ, ਲਾਸਟ ਈਅਰ ਹੈ। ਅਤੇ ਜਦੋਂ ਮੈਂ ਅੰਦਰ ਜਾ ਕੇ ਸਿੰਘ ਸਾਹਿਬ ਨੂੰ ਮਿਲਿਆ, ਮੈਨੂੰ ਕਹਿੰਦੇ ਭਾਈ ਜਥੇਦਾਰਾ ਕੀ ਬਣਿਆ ਤੇਰਾ? ਅਜੇ ਮੈਂ ਕਹਿ ਰਿਹਾ ਸੀ ਅਤੇ ਕੋਲੋਂ ਹੀ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਹੋਰਾਂ ਨੇ ਕਿਹਾ ਕਿ ਤੁਸੀਂ ਹਰਪਾਲ ਸਿੰਘ ਜੀ? ਮੈਂ ਕਿਹਾ ਹਾਂਜੀ। ਕਹਿੰਦੇ ਮੈਂ ਕੱਲ੍ਹ ਤੁਹਾਡੀ ਬੇਟੀ ਦਾ 50,000 ਰੁਪਈਆ ਆਪ ਜਾ ਕੇ ਕਾਲਜ ਭਰ ਕੇ ਆਇਆ, ਵੀ ਅਸੀਂ ਸਾਰੇ ਸਿੰਘ ਸਾਹਿਬਾਨ ਨੇ 10-10,000 ਰੁਪਈਆ ਪਾਇਆ। ਮੈਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਸੀਸ ਝੁਕਾਇਆ ਕਿ ਤੁਸੀਂ ਐਡੇ ਕਿਰਪਾਲੂ ਹੋ, ਦਿਆਲੂ ਹੋ। ਮੈਂ ਸਿੰਘ ਸਾਹਿਬ ਨੂੰ ਜਦੋਂ ਵੀ ਮਿਲਣਾ ਮੈਂ ਇਹੀ ਕਹਿਣਾ, ਮੇਰੀ ਬੱਚੀ ਜੀ ਤੁਹਾਡੇ ਕਰਕੇ ਪੜ੍ਹ ਗਈ, ਤੁਹਾਡੇ ਕਰਕੇ। ਉਹ ਕਹਿੰਦੇ ਨਹੀਂ ਗੁਰੂ ਰਾਮਦਾਸ ਜੀਆਂ ਕਰਕੇ। ਮੈਂ ਸੱਚੀ ਗੱਲ ਹੈ ਕਿ ਮੇਰਾ ਜਿਹੜਾ ਰੋਮ ਉਹਨਾਂ ਦਾ ਰਿਣੀ ਹੈ। ਮੈਂ ਕਹਿੰਦਾ ਸਾਡੀ ਕੌਮ ਨੂੰ ਜੋ ਇਹਨਾਂ ਦੀਆਂ ਸਿੱਖਿਆਵਾਂ ਸੀ, ਜੋ ਇਹਨਾਂ ਦੇ ਸਮੇਂ ਦੇ
ਅੰਦਰ ਲੈ ਗਏ ਬਤੌਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਜੋ ਵੱਡੇ ਫੈਸਲੇ ਲੈ ਗਏ ਨੇ ਉਹਨਾਂ ਨੂੰ ਸਾਨੂੰ ਬਹੁਤ ਗਹਿਰਾਈ ਦੇ ਨਾਲ ਵਾਚ ਕੇ ਸਾਨੂੰ ਉਹਨਾਂ 'ਤੇ ਪਹਿਰਾ ਦੇਣ ਦੀ ਲੋੜ ਹੈ। ਮੈਂ ਅੱਜ ਉਹਨਾਂ ਦੀ ਇਸ ਅਕਾਲ ਚਲਾਣੇ 'ਤੇ ਜੋ ਬ੍ਰਹਮਲੀਨ ਹੋਏ ਨੇ, ਮੈਂ ਉਹਨਾਂ ਨੂੰ ਦਿਲ ਦੀ ਗਹਿਰਾਈ ਦੇ ਵਿੱਚੋਂ ਬੜੀ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਅਤੇ ਇਹ ਵੀ ਅਰਦਾਸ ਕਰਦਾ ਕਿ ਇਹ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਨੇ ਸੰਸਾਰ ਦੀ, ਹਮੇਸ਼ਾ ਇਹਨਾਂ ਤੋਂ ਸਾਨੂੰ ਅਗਵਾਈ ਲੈਣ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।